ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰਾਂ ਦੇ ਹਜ਼ੂਰ ਜੁੜ ਮਿਲ ਬੈਠੇ ਰੱਬ ਰੂਪ ਗੁਰਮੁਖ ਸਤਸੰਗੀ ਜਨ, ਸਤਿਗੁਰੂ ਜੀ ਦੀ ਬਖਸ਼ਿਸ਼ ਮਹਿਰਾਮਤ ਦਾ ਸਦਕਾ ਗੁਰੂ ਦਰ ਤੇ ਜੁੜਨ ਦਾ ਸੁਭਾਗ ਸਮਾਂ ਨਸੀਬ ਹੋਇਆ। ਸਤਿਗੁਰੂ ਜੀ ਦੀ ਅਪਾਰ ਰਹਿਮਤ ਬਖਸ਼ਿਸ਼ ਦਾ ਸਦਕਾ ਗੁਰੂ ਦਰ ਤੇ ਜੁੜਨ ਦਾ ਸੁਭਾਗ ਸਮਾਂ ਨਸੀਬ ਹੋਇਆ। ਸਤਿਗੁਰੂ ਜੀ ਦੀ ਇਲਾਹੀ ਬਾਣੀ ਦਾ ਕੀਰਤਨ ਗੁਰੂ ਕੇ ਪਿਆਰੇ ਕੀਰਤਨੀਆਂ ਪਾਸੋਂ ਆਪ ਜੀ ਨੇ ਸਰਵਣ ਕੀਤਾ। ਗੁਰੂ ਦੀ ਬਾਣੀ ਰਾਹੀਂ ਗੁਰੂ ਦੇ ਦਰ ਜੁੜ ਕੇ ਵਾਹਿਗੁਰੂ ਨਾਲ ਜੁੜਨ ਦਾ, ਸਾਂਝ ਪਾਉਣ ਦਾ ਨਿਮਾਣਾ ਜਿਹਾ ਯਤਨ ਉਪਰਾਲਾ ਕਰ ਰਹੇ ਹਾਂ। ਸਤਿਗੁਰੂ ਰਹਿਮਤ ਕਰਦਿਆਂ ਬਾਣੀ ਅੰਦਰ ਸੋਝੀ ਦਿੰਦਿਆਂ ਹੋਇਆਂ ਸਮਝਾਉਂਦੇ ਨੇ ਕਿ ਵਾਹਿਗੁਰੂ ਦਾ ਜਿਹੜਾ ਇਹ ਮਾਰਗ ਹੈ, ਇਸ ਮਾਰਗ ਉੱਪਰ ਉਹੀ ਲੋਕ ਚੱਲ ਸਕਦੇ ਨੇ ਜਾਂ ਚੱਲ ਪਾਉਂਦੇ ਨੇ ਜਿਨ੍ਹਾਂ ਦੇ ਅੰਦਰ ਦ੍ਰਿੜ ਭਰੋਸਾ, ਦ੍ਰਿੜ ਵਿਸ਼ਵਾਸ ਹੋਵੇ। ਜੇ ਭਰੋਸਾ ਨਹੀਂ ਹੈ, ਵਿਸ਼ਵਾਸ ਨਹੀਂ ਹੈ, ਤਾਂ ਫਿਰ ਉਹ ਆਦਮੀ ਕਿਤੇ ਵੀ ਪਹੁੰਚ ਨਹੀਂ ਸਕਦਾ ਹੈ, ਉਹ ਵਾਹਿਗੁਰੂ ਦੇ ਦਰ ਅੱਪੜ ਨਹੀਂ ਸਕਦਾ। ਭਰੋਸੇ ਤੋਂ ਬਿਨਾਂ ਗੱਲ ਬਣਦੀ ਨਹੀਂ। ਇਸ ਲਈ ਸਤਿਗੁਰੂ ਕਹਿੰਦੇ ਸਿਦਕ ਜੇ ਨਹੀਂ ਹੈ, ਭਰੋਸਾ ਜੇ ਨਹੀਂ ਹੈ, ਤਾਂ ਭਾਵੇਂ ਜਿੰਨੇ ਮਰਜ਼ੀ ਕਰਮ ਕਰ ਲੈ ਜਾਣ, ਜਿੰਨੇ ਮਰਜ਼ੀ ਪੂਜਾ ਪਾਠ ਕਰ ਲੈ ਜਾਣ, ਸਿਮਰਨ ਸਾਧਨਾਵਾਂ ਕਰ ਲਈਆਂ ਜਾਣ, ਉਹਨਾਂ ਦਾ ਕੋਈ ਲਾਭ ਨਹੀਂ ਹੈ, ਉਹਨਾਂ ਦਾ ਕੋਈ ਫਾਇਦਾ ਨਹੀਂ। ਕਿਉਂਕਿ ਜਦ ਭਰੋਸਾ ਹੀ ਨਹੀਂ, ਜਦ ਵਿਸ਼ਵਾਸ ਹੀ ਨਹੀਂ, ਤਾਂ ਫਿਰ ਉਹਨਾਂ ਕਰਮਾਂ ਦਾ ਕਰੋਗੇ ਕੀ? ਉਹਨਾਂ ਪੂਜਾ ਪਾਠ ਦਾ, ਉਹਨਾਂ ਮੂਰਤ ਸੋਧਿਆਂ ਦਾ ਕੀ ਕਰਾਂਗੇ ਜਦ ਵਾਹਿਗੁਰੂ ਦੇ ਉੱਤੇ ਆਪਣੇ ਇਸ਼ਟ ਤੇ ਭਰੋਸਾ ਹੀ ਨਹੀਂ। ਐਸੇ ਬਹੁਤ ਸਾਰੇ ਲੋਕ ਨੇ, ਅਰਦਾਸਾਂ ਬਹੁਤ ਕਰਦੇ ਨੇ, ਉਹ ਆਪਣੀਆਂ ਇੱਛਾ ਕਾਮਨਾਵਾਂ ਗੁਰੂ ਦੇ ਅੱਗੇ ਰੱਖਦੇ ਨੇ, ਬੜੀਆਂ ਪ੍ਰਾਰਥਨਾ ਕਰਦੇ ਨੇ, ਪਰ ਭਰੋਸਾ ਨਹੀਂ ਹੈ ਜਿਹਦੇ ਅੱਗੇ ਅਰਦਾਸ ਕਰਦੇ ਨੇ, ਜਿਹਦੇ ਅੱਗੇ ਖੜੋ ਕੇ ਬੇਨਤੀ ਕਰਦੇ ਨੇ, ਉਹਦੇ ਤੇ ਯਕੀਨ ਕੋਈ ਨਹੀਂ। ਤੇ ਫਿਰ ਉਹਨਾਂ ਦੀਆਂ ਕਾਮਨਾਵਾਂ ਕਿਵੇਂ ਪੂਰੀਆਂ ਹੋਣ, ਉਹਨਾਂ ਦੀਆਂ ਇੱਛਾਵਾਂ ਕਿਵੇਂ ਪੂਰੀਆਂ ਹੋਣ? ਉਹ ਫਿਰ ਉਹਨਾਂ ਦੀਆਂ ਅਰਦਾਸਾਂ ਕਦੇ ਪੂਰੀਆਂ ਨਹੀਂ ਹੁੰਦੀਆਂ, ਕਿਉਂਕਿ ਜਦ ਭਰੋਸਾ ਨਹੀਂ ਤਾਂ ਫਿਰ ਕੀ ਕਰਾਂਗੇ। ਵਾਹਿਗੁਰੂ ਦਾ ਮਾਰਗ ਐਸਾ ਹੈ ਕਿ ਇਹਦੇ ਉੱਤੇ ਉਸ ਵਾਹਿਗੁਰੂ ਨੂੰ ਹੀ ਸਭ ਕੁਝ ਜਾਣਨਾ ਹੈ, ਕਿ ਪਰਮੇਸ਼ਰ ਹੀ ਸਭ ਕੁਝ ਹੈ। ਇਸ ਲਈ ਜਦ ਉਹੀ ਸਭ ਕੁਝ ਹੈ, ਉਹਦੇ ਤੋਂ ਬਿਨਾਂ ਕੁਝ ਹੋਰ ਹੈ ਹੀ ਨਹੀਂ। ਕਿ ਉਹੀ ਜਨਮ ਦੇਣ ਵਾਲਾ, ਉਹੀ ਪਾਲਣ ਵਾਲਾ, ਉਹੀ ਮਾਰਨ ਵਾਲਾ, ਉਹੀ ਸੁੱਖ ਦੇਣ ਵਾਲਾ, ਉਹੀ ਦੁੱਖ ਦੇਣ ਵਾਲਾ, ਸਭ ਕੁਝ ਉਹਦੇ ਤੋਂ ਹੈ। ਉਹੀ ਦਾਤਾ, ਉਹੀ ਦਾਣਾ, ਉਹੀ ਸਭ ਕੁਝ ਹੈ। ਉਹਦੇ ਤੋਂ ਬਿਨਾਂ ਹੋਰ ਕੋਈ ਨਹੀਂ। ਜਦ ਸਭ ਕੁਝ ਉਹੀ ਹੈ, ਤਾਂ ਫਿਰ ਉਹਦੇ ਉੱਤੇ ਭਰੋਸਾ, ਉਹਦੇ ਉੱਤੇ ਯਕੀਨ ਆਪਣੇ ਆਪ ਆਵੇਗਾ ਹੀ, ਜਦੋਂ ਅਸੀਂ ਇਹ ਜਾਣ ਲਵਾਂਗੇ ਕਿ ਉਹਦੇ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਹੈ। ਇਸ ਕਰਕੇ ਕਬੀਰ ਸਾਹਿਬ ਰਹਿਮਤ ਕਰਕੇ ਸਾਨੂੰ ਸਮਝਾਉਂਦੇ ਨੇ ਕਿ ਉਸ ਵਾਹਿਗੁਰੂ ਦੇ ਉੱਤੇ ਭਰੋਸਾ ਹੈ, ਉਹਦੇ ਨਾਲ ਭਰੋਸਾ ਕਰਕੇ ਹੀ ਅਸੀਂ ਉਹਦੇ ਨਾਲ ਜੁੜ ਸਕਾਂਗੇ। ਉਹਦੇ ਤੋਂ ਬਿਨਾਂ ਅਸੀਂ ਜੁੜ ਹੀ ਨਹੀਂ ਸਕਾਂਗੇ। ਉਹਦੇ ਤੋਂ ਬਿਨਾਂ ਸਾਡੇ ਅੰਦਰ ਉਸ ਪ੍ਰਮਾਤਮਾ ਦੇ ਪ੍ਰਤੀ, ਵਾਹਿਗੁਰੂ ਦੇ ਪ੍ਰਤੀ ਸ਼ਰਧਾ ਹੀ ਨਹੀਂ ਪੈਦਾ ਹੋਵੇਗੀ, ਪ੍ਰਤੀਤ ਹੀ ਨਹੀਂ ਆਵੇਗੀ। ਇਸ ਲਈ ਸਤਿਗੁਰੂ ਦਾ ਆਪਾਂ ਬਚਨ ਪੜ੍ਹਦੇ ਹਾਂ ਨਾ
कि सच्चे पातशाह मैं तेरे भरोसे ते मैं लाड़ लड़ाए ने, तेरे भरोसे प्यारे मैं लाड़ लड़ाया। मैं इस माया नाल, तेरी इस पैदा कीती कुदरत नाल, जीवां नाल, अपने परिवार नाल लाड़ लाया, प्यार पाया, मोह पा लिया। ते जे मेरे कोल कोई भुल चुक हो गई तो तू किरपा करके बख्शिंदा, तू बख्श देवेगा, तू बख्श देगा। जदों भरोसा इन्ना दृढ़ होवे। भाई गुरदास जी का एक बचन है, भाई गुरदास समझाते ने, भाई गुरदास कहते जे मैं अपने औगण देखदा वां तां ये गल पक्की है कि मैं बख्शिया नहीं जावांगा, क्योंकि मेरे औगण ही इन्ने ने, मेरे पाप ही इन्ने ने। पर जे मैं परमात्मा वाल देखदा वां तो परमात्मा तो बख्शिंदा है, वो तो औगण हारियां नूं बख्श दिंदा है। इसलिए ये देख के मेरा भरोसा बच जाता है। जे मैं अपने वाल देखना तो मैं महापापी हाँ, तो जदों मैं परमेश्वर वाल देखदा वां तो परमात्मा महापावन है, उहदे वर्गा पतित पावन होर कोई है ही नहीं। इसलिए मैनूं यकीन वध जांदा है कि मैं बच जावांगा, मैनूं भरोसा वध जांदा है कि वह मैनूं अपने चरनां नाल जोड़ के बचा लेगा। इसलिए कबीर साहब समझाउंदे ने कि मैं उस वाहिगुरू दे उत्ते भरोसा करके उस परमेश्वर दा यकीन अपने हिरदे विच पक्का करके मैं आप ते वाहिगुरू दे नाम विच, नाम दे जहाज़ विच चढ़िया ही सी। मैं अपने परिवार नूं भी उहदे जहाज़ विच चढ़ाया। तेरे भरोसे प्यारे मैं लाड़ लड़ाया। उही गल इत्थे कबीर साहब कह रहे हैं। कबीर साहब कहंदे कि हे सच्चे पातशाह दीन दयाल भरोसे तेरे सब परिवार चढ़ाया बेड़े, कि हे दीना दे उत्ते दया करन वाले वाहिगुरू मैं तेरे भरोसे ते, तेरे उत्ते भरोसा करके सारा परिवार इस बेड़े विच चाढ़ दिता। हुण कबीर साहब किहड़े परिवार की गल करते हैं? कबीर साहब उस परिवार की गल नहीं करते जिन्हां नूं असीं भैण भाई माँ बाप सज्जण कहते हैं, क्योंकि ये गल स्पष्ट है कि जरूरी नहीं है कि तुसीं बंदगी करन वाले हो तो परिवार भी सारा बंदगी करन वाला होवे। तुसीं रोज़ गुरुद्वारे आउण वाले हो, तुहाडा पति जां पत्नी जां भैण भरा जां बच्चे वो भी आउण, वो भी सिमरन करन। तुसीं रोज़ तड़के उठ के सिमरन करदे हो तो बाकी भी करन। ये कोई दावे नाल नहीं कहा जा सकता, ना ही किसी नूं धक्के नाल लाया जा सकता। तुसीं सेवा करन वाले हो तो तुहाडे परिवार विचों कोई होर सेवा करन लई दा इच्छा ही नहीं रखदा। इसलिए इत्थे उस परिवार की गल नहीं है। इत्थे किहड़े परिवार की गल है? इत्थे साडे इंद्रियां दा जिहड़ा परिवार है, साडियां अखां, साडे कंन, नक, जुबान, साडे हत्थ पैर। क्योंकि परिवार की जिहड़ी गल है, परिवार उन्हां नूं तुसीं जबरदस्ती जां धक्के नाल किसी भी तरह धर्म वाले पासे नहीं लिया सकते। जबरदस्ती कोई आ भी जाएगा, मजबूरी विच कोई आ भी जाएगा तो फिर सतगुरु कहंदे वो बद्धा चट्टी आएगा, मजबूरी बस। उहदे अंदर कोई प्रीत नहीं, उहदे अंदर कोई शरधा नहीं, उहदे अंदर कोई भरोसा नहीं है। उहदे बस मजबूरी बस आ गया कि जे नहीं जावांगे तो मम्मी डैडी कुट्टणगे। वो इस करके आया है, डर करके। उहदे अंदर कोई प्रीत नहीं है, उहदे अंदर कोई भावना नहीं है, उन्होंने कोई लेना देना नहीं है इस गल नाल। इसलिए लोग इस ढंग नाल ही आउंदे ने, जां डर के आउंदे ने, जां किसी कोई खास गल होवे फिर आउंदे ने। परिवार दे मैंबर उंज नहीं आउंदे। मैं तो ऐसा भी कई थाई देखिया है कि लोग अपने परिवार नूं जदों आनंद कारज हुंदा उदों भी नहीं लैके जांदे। थोड़े दिन पहला मैं एक विआह गया तो जदों आनंद कारज का वेला आया, कुड़ी दियां भैणां
ਜਿਹਦਾ ਆਨੰਦ ਕਾਰਜ ਸੀ ਉਹਦੀਆਂ ਭੈਣਾਂ ਉਹ ਜਾਣਾ ਚਾਹੁੰਦੀਆਂ ਸਨ ਆਨੰਦ ਕਾਰਜ 'ਤੇ ਵੀ ਅਸੀਂ ਵੀ ਜਾਣਾ। ਉਹਨਾਂ ਦੇ ਮਾਂ-ਬਾਪ ਨੇ ਰੋਕ ਦਿਆ ਕਿ ਤੁਹਾਡਾ ਕੀ ਕੰਮ ਉੱਥੇ, ਕਿ ਤੁਹਾਡਾ ਕੀ ਕੰਮ। ਮੇਰੇ ਖੁਦ ਦੇਖਣ ਦੀ ਗੱਲ ਹੈ, ਮੈਂ ਉਹਨਾਂ ਨੂੰ ਕਿਹਾ ਹੈ ਕਿ ਤੁਸੀਂ ਇਹਨਾਂ ਨੂੰ ਰੋਕ ਕਿਉਂ ਰਹੇ। ਉਹ ਕਹਿੰਦੇ ਇਹਨਾਂ ਦਾ ਕੋਈ ਕੰਮ ਹੀ ਨਹੀਂ ਉੱਥੇ, ਇਹ ਕੀ ਕਰਨਗੀਆਂ ਜਾ ਕੇ। ਜਵਾਨ ਨੇ 25-26 ਸਾਲ ਉਹਨਾਂ ਦੀ ਉਮਰ ਹੈ, ਕਹਿੰਦੇ ਬੱਚੀਆਂ ਨੇ, ਇਹ ਉੱਥੇ ਜਾ ਕੇ ਕੀ ਕਰਨਗੀਆਂ। ਹੁਣ ਤੁਸੀਂ ਇਸ ਤੋਂ ਅੰਦਾਜ਼ਾ ਲਾ ਸਕਦੇ ਹੋ ਕਿ ਜਦੋਂ ਬੰਦੇ ਦੀ ਸੋਚ ਇਹੋ ਜਿਹੀ ਹੋਵੇ, ਉਹ ਇਹ ਸੋਚੇ ਕਿ ਇਹਨਾਂ ਦਾ ਕੀ ਕੰਮ, ਤਾਂ ਉਹ ਵੈਸੇ ਕਦੇ ਉਹਨਾਂ ਨੂੰ ਗੁਰਦੁਆਰੇ ਕਿਵੇਂ ਜਾਣ ਦਊਗਾ, ਵੈਸੇ ਉਹਨਾਂ ਨੂੰ ਧਰਮ ਵਾਲੇ ਪਾਸੇ ਕਿਵੇਂ ਲੱਗਣ ਦਊਗਾ। ਉਹ ਜਦੋਂ ਕੋਈ ਐਸੇ ਮੌਕੇ ਤੇ ਕਿ ਹੁਣ ਤੇ ਘੱਟੋ ਘੱਟ ਜਾ ਲੈਣ ਦਿਓ, ਨਹੀਂ। ਤੇ ਫਿਰ ਉਹ ਲੋਕ ਫਿਰ ਬਾਅਦ ਵਿੱਚ ਕਲਪਨਾ ਇਹ ਕਰਦੇ ਨੇ, ਚਾਹੁੰਦੇ ਇਹ ਨੇ ਕਿ ਸਾਡੇ ਬੱਚੇ ਚੰਗੇ ਹੋਣ, ਸਾਡੇ ਬੱਚੇ ਧਾਰਮਿਕ ਹੋਣ। ਧਾਰਮਿਕ ਹੋਣਗੇ ਕਿਵੇਂ, ਧਰਮ ਵਾਲੇ ਪਾਸੇ ਲੱਗਣਗੇ ਕਿਵੇਂ, ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਲੱਗ ਜਾਣਗੇ। ਫਿਰ ਤੇ ਉਹ ਜਿਸ ਪਾਸੇ ਲੱਗੇ ਨੇ ਨੱਚਣ ਗਾਉਣ, ਫਿਰ ਉੱਧਰ ਹੀ ਲੱਗੇ ਰਹਿਣਗੇ। ਲੋਕ ਸਮਝਦੇ ਨੇ ਕਿ ਪੈਲਸ ਵਿੱਚ ਵਿਆਹ ਹੋ ਰਿਹਾ ਤੇ ਠੀਕ ਹੈ, ਬੱਚੇ ਉੱਧਰ ਲੱਗੇ ਨੇ ਨੱਚਣ ਗਾਉਣ ਲੱਗੇ ਨੇ, ਆ 4-5 ਬੁੱਢੇ ਬੰਦੇ ਇਕੱਠੇ ਹੋ ਕੇ ਆਨੰਦ ਕਾਰਜ ਕਰਾਇਆ ਹੁਣ। ਐਸਾ ਹੀ ਹੁੰਦਾ ਕਿ ਸਾਰੇ ਨੱਚਣ ਗਾਉਣ ਖਾਣ ਪੀਣ ਤੇ ਲੱਗੇ ਨੇ, ਕਿਉਂਕਿ ਲੋਕ ਸਮਝਦੇ ਨੇ ਕਿ ਖਾਣਾ ਪੀਣਾ ਹੀ ਵਿਆਹ ਹੁੰਦਾ ਹੈ। ਲੋਕ ਇਸੇ ਨੂੰ ਸਮਝਦੇ ਨੇ ਕਿ ਸਿਰਫ ਨੱਚਣਾ ਗਾਉਣਾ ਖਾਣਾ ਪੀਣਾ ਹੀ ਹੈ, ਹੋਰ ਕੁਝ ਵੀ ਨਹੀਂ ਹੈ। ਪਰ ਜਿਹੜਾ ਮੇਨ ਕੰਮ ਹੈ ਉਹ ਕਿਸੇ ਦੇ ਚਿੱਤ ਚੇਤੇ ਵੀ ਨਹੀਂ ਹੈ। ਇਸ ਗੱਲ ਨੂੰ ਕਹਿੰਦੇ ਛੱਡੋ ਜੀ, ਇਹਨਾਂ ਦਾ ਕੀ ਕੰਮ ਹੈ, ਤੇ ਬੱਚੇ ਨਹੀਂ ਤਾਂ ਇਹਨਾਂ ਤੋਂ ਕੀ ਲੈਣਾ। ਲੋਕ ਜਾਣਦੇ ਨਹੀਂ, ਲੋਕ ਸਮਝਦੇ ਨਹੀਂ, ਕਿਉਂਕਿ ਕੱਲ ਨੂੰ ਇਹਨਾਂ ਦੀ ਵਾਰੀ ਵੀ ਆਉਣੀ ਹੈ। ਫਿਰ ਹੈਰਾਨੀ ਹੁੰਦੀ ਹੈ ਇਸ ਗੱਲ ਦੀ ਕਿ ਰੋਜ਼ ਇੱਥੇ ਕੋਈ ਨਾ ਕੋਈ ਆਨੰਦ ਕਾਰਜ ਹੁੰਦਾ, ਉਹਨਾਂ ਨੂੰ ਦੱਸਣਾ ਪੈਂਦਾ, ਸਮਝਾਉਣਾ ਪੈਂਦਾ। ਜਿਵੇਂ ਛੋਟੇ ਬੱਚੇ ਨੂੰ ਸਮਝਾਈਦਾ ਨਾ ਕਿ ਬੱਚੇ ਇਵੇਂ ਨਹੀਂ, ਇਵੇਂ ਤੁਰਨਾ, ਇਵੇਂ ਪਰਿਕਰਮਾ ਕਰਨੀ ਹੈ, ਆਹ ਕਰਨਾ। ਨਿੱਕੇ ਨਿੱਕੇ ਨਿਆਣਿਆਂ ਨੂੰ ਜਿਵੇਂ ਦੱਸੀਦਾ, ਇਵੇਂ ਦੱਸਣਾ ਪੈਂਦਾ। ਉਹ ਕਦੇ ਗੁਰਦੁਆਰੇ ਆਏ ਹੋਣ ਤੇ ਉਹਨਾਂ ਨੂੰ ਪਤਾ ਲੱਗੇ ਕਿ ਕੀ ਹੁੰਦਾ। ਕਦੇ ਆਉਣਾ ਨਹੀਂ, ਨਾ ਕਦੇ ਵੈਸੇ ਕਦੇ ਆਏ, ਨਾ ਕਿਤੇ ਵਿਆਹ ਫੰਕਸ਼ਨ ਤੇ ਆਏ, ਨਾ ਕਦੇ ਵੈਸੇ ਕੋਈ ਗੁਰਪੁਰਬ ਤੇ ਆਏ, ਤਾਂ ਫਿਰ ਉਹਨਾਂ ਨੂੰ ਪਤਾ ਕੀ ਲੱਗੇ। ਫਿਰ ਬਾਅਦ ਵਿੱਚ ਲੋਕ ਕਹਿੰਦੇ ਨੇ ਸਾਡੇ ਬੱਚੇ ਪਤਾ ਨਹੀਂ ਕਿਉਂ ਮਾੜੇ ਪਾਸੇ ਨੂੰ ਤੁਰ ਪਏ। ਖੈਰ, ਵਿਸ਼ਾ ਆਪਣਾ ਇਹ ਨਹੀਂ ਹੈ, ਗੱਲ ਹੋਰ ਪਾਸੇ ਨੂੰ ਤੁਰ ਜਾਂਦੀ ਹੈ। ਸਤਿਗੁਰੂ ਕਹਿੰਦੇ ਕਿ ਸਭ ਪਰਿਵਾਰ ਚੜਾਇਆ ਵੇੜੇ, ਕਿ ਇਹ ਸਾਰਾ ਪਰਿਵਾਰ ਇਹ ਇਸ ਦੁਨਿਆਵੀ ਪਰਿਵਾਰ ਦੀ ਗੱਲ ਨਹੀਂ ਹੈ, ਕਿਉਂਕਿ ਸਾਰੇ ਪਰਿਵਾਰ ਨੂੰ ਵਾਹਿਗੁਰੂ ਵਾਲੇ ਪਾਸੇ ਲਾਉਣਾ ਬੜਾ ਔਖਾ ਹੈ। ਅਸੀਂ ਆਪ ਲੱਗ ਜਾਈਏ ਇੰਨਾ ਹੀ ਬਹੁਤ ਹੈ, ਇੰਨਾ ਹੀ ਕਾਫੀ ਹੈ। ਅਸੀਂ ਆਪ ਉਹਦੀ ਬੰਦਗੀ ਕਰ ਲਈਏ, ਉਹਦਾ ਸਿਮਰਨ ਕਰ ਲਈਏ, ਇਹੀ ਸਾਡੇ ਲਈ ਬਹੁਤ ਵੱਡੀ ਪ੍ਰਾਪਤੀ ਹੈ। ਕਿਸੇ ਦੂਸਰੇ ਨੂੰ ਲਾਉਣਾ ਇਹ ਬੜਾ ਔਖਾ ਹੈ, ਖਾਸ ਕਰਕੇ ਆਪਣਿਆਂ ਨੂੰ। ਤੁਸੀਂ ਆਂਢੀ ਗੁਆਂਢੀ ਨੂੰ ਕਹਿ ਦੋਗੇ, ਪਰ ਆਪਣੇ ਨੂੰ ਕਹੋਗੇ ਉਹ ਗੱਲ ਹੋਰ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਉਹ ਆਪ, ਉਹਨਾਂ ਨੇ ਜਿਹੜਾ ਮਾਰਗ ਅਪਣਾਇਆ ਜਾਂ ਸਾਨੂੰ ਬਖਸ਼ਿਆ, ਗੁਰੂ ਨਾਨਕ ਸਾਹਿਬ ਦੇ ਪੁੱਤਰ ਉਹ ਉਸ ਮਾਰਗ ਤੇ ਨਹੀਂ ਤੁਰੇ। ਸ੍ਰੀ ਚੰਦ ਉਹਨਾਂ ਨੇ ਵੱਖਰਾ ਰਾਹ ਤੋਰ ਲਿਆ, ਉਦਾਸੀ ਮਾਰਗ। ਉਹਨਾਂ ਨੇ ਉਦਾਸੀ, ਗੁਰੂ ਨਾਨਕ ਸਾਹਿਬ ਉਦਾਸੀ ਮਾਰਗ ਦੀ ਗੱਲ ਹੀ ਨਹੀਂ ਕਰਦੇ। ਸਤਿਗੁਰੂ ਨੇ ਕਿਹਾ ਕਿ ਉਦਾਸੀ ਦਾ ਮਾਰਗ ਗ੍ਰਸਤ ਨੂੰ ਛੱਡ ਕੇ ਹੋਰ ਪਾਸੇ ਪੈਣਾ, ਇਹ ਤੇ ਬਿਲਕੁਲ ਧਰਮ ਤੋਂ ਉਲਟੀ ਗੱਲ ਹੈ। ਪਰ ਸ਼੍ਰੀ ਚੰਦ ਨੇ, ਉਹਨਾਂ ਨੇ ਉਦਾਸੀ ਮਾਰਗ ਚੁਣਿਆ, ਉਹਨਾਂ ਨੇ ਗ੍ਰਸਤ ਵਾਲੇ ਪਾਸੇ ਨੂੰ ਮੂੰਹ ਹੀ ਨਹੀਂ ਕੀਤਾ। ਗੁਰੂ ਨਾਨਕ ਸਾਹਿਬ ਨੇ ਗ੍ਰਸਤ ਨੂੰ ਹੀ ਧਰਮ ਕਿਹਾ। ਹੁਣ ਇੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਮਹਿਮਾ ਦੇਖੋ ਕਿ ਉਹਨਾਂ ਨੇ ਆਪਣੇ ਪੁੱਤਰ ਨੂੰ ਕਿਹਾ ਕਿ ਭਾਈ ਠੀਕ ਹੈ, ਜੇ ਤੂੰ ਇਸ ਪਾਸੇ ਜਾਣਾ ਤਾਂ ਫਿਰ ਜਾ, ਤੈਨੂੰ ਆਜ਼ਾਦੀ ਹੈ, ਤੈਨੂੰ ਰੋਕ ਟੋਕ ਕੋਈ ਨਹੀਂ। ਜੇ ਤੂੰ ਉਦਾਸੀ ਹੋਣਾ ਚਾਹੁੰਦਾ ਹੈ, ਉਦਾਸੀ ਸੰਪਰਦਾਇ ਧਾਰਨ ਕਰਨੀ ਚਾਹੁੰਦਾ ਤਾਂ ਠੀਕ ਹੈ, ਤੈਨੂੰ ਇਹ ਚੰਗਾ ਲੱਗਦਾ ਤਾਂ ਤੂੰ ਕਰ। ਸਤਿਗੁਰੂ ਨੇ ਉਹਦੇ ਤੇ ਕੋਈ ਜ਼ਬਰਦਸਤੀ ਨਹੀਂ ਕਿ ਨਹੀਂ ਮੈਂ ਆਹ ਕਰਦਾ ਤੇ ਤੈਨੂੰ ਵੀ ਇਹੀ ਕਰਨਾ ਪੈਣਾ, ਨਾ। ਕਿਉਂਕਿ ਧਰਮੀ ਬੰਦਾ ਉਹ ਆਪ ਆਜ਼ਾਦੀ ਦਾ ਆਨੰਦ ਮਾਣਦਾ ਹੈ ਤੇ ਦੂਸਰਿਆਂ ਨੂੰ ਵੀ ਆਜ਼ਾਦੀ ਬਖਸ਼ਦਾ ਹੈ ਕਿ ਭਾਈ ਆਜ਼ਾਦ ਹੈ ਤੂੰ ਜੋ ਕਰਨਾ ਚਾਹੁੰਦਾ ਤੂੰ ਕਰ। ਆਜ਼ਾਦੀ ਦਾ ਮਤਲਬ ਇਹ ਹੈ ਕਿ ਜੋ ਵੀ ਕਰਨਾ ਚਾਹੋ ਤੁਸੀਂ ਕਰ ਸਕਦੇ ਹੋ, ਕੋਈ ਬਿਨਾਂ ਕਿਸੇ ਰੋਕ ਟੋਕ ਤੋਂ। ਤਾਂ ਉਹਨਾਂ ਨੇ ਆਪਣਾ ਉਦਾਸੀ ਮਾਰਗ ਆਰੰਭ ਕਰ ਲਿਆ। ਇਸ ਲਈ ਪਰਿਵਾਰ ਇੱਥੇ ਇੰਦਰੀਆਂ ਦੀ ਗੱਲ ਹੈ
कि मेरियां अखां, मेरे कन, मेरी जुबान, मेरा मन, मेरे हथ पैर, ये सब वाहिगुरू दे नाम रूपी जहाज़ ते चढ़ गए। हे सच्चे पातशाह, मैं तेरे ते भरोसा करके, तेरे ते विश्वास करके मैं अपने परिवार नूं, अपने इंद्रियां नूं नाम दे जहाज़े चढ़ा दिता है। मैं तेरे पासे ला दिता है। मेरियां अखां हुण तेरे दीदार वाले पासे लगियां ने, मेरे कन हुण तेरे शब्द नूं सुनन वाले पासे लगे ने, मेरी जुबान हुण तैनूं ही गाउण, तैनूं ही बोलण वाले पासे लगी है, मेरे हथ पैर हुण तेरे ही कारज विच लगे ने, मेरे हथ तेरी सेवा विच, मेरे पैर तेरे दर नूं जाण दे कारज विच लगे ने। इसलिए ये मेरा जिहड़ा इंद्रियां दा परिवार है वो हुण तेरे इस जहाज़ दे उत्ते, नाम दे जहाज़ ते सवार हो गया। मैं चढ़ा दिता है तेरे नाम दे जहाज़ ते, दीन दयाल भरोसे तेरे सब परिवार चढ़ाया बेड़े। मैं चढ़ा दिता, मैं जोड़ दिता तेरे चरनां नाल अपने तरफों, बाकी हुण तेरी रज़ा, हुण तेरी मर्जी। हे सच्चे पातशाह, मैं तेरे ते भरोसा करके अपने आप नूं लाया, हुण तू कृपा कर, हुण तू रहमत कर, हुण तू दया कर। तेरी दया तो बिना गल नहीं बननी। वाहिगुरू दी दया तो बिना गल बने भी किवें? असीं अपने तरफों पूरा करिए, वो अपना कर्म करेगा। बस साडे वल्लों कमी ना रहे, उहदे वल्लों ते कमी रहिंदी होई नहीं कदे, बस साडे तरफों कमी ना रहे। साडे तरफों कमी रह जांदी है, इस करके साडे उत्ते उहदी किरपा नहीं हो पाती, साडे ते उहदी दया नहीं हो पाती, असीं उहदी दया, उहदी किरपा नहीं लै पाते, क्योंकि असीं कुछ ना कुछ छड्ड जांदे हां, मिस कर जांदे हां, पूरा नहीं कर पाते, पूरी प्रतीत, पूरी शरधा नाल नहीं कर पाते। इसलिए साडा हर कर्म प्रेम नाल, शरधा भावना नाल भरिया होवे। गुरु दे दर चाहे बैठना ही है, साडे बैठण विच भी प्रेम शरधा होवे। गुरु दी बाणी पढ़नी है तो उसनूं पढ़न विच भी पूरी शरधा भावना लगे। उहदा कीर्तन सुनना है, कथा सुननी है जां कथा कीर्तन करना है, उहदे विच भी साडी पूरी भावना शरधा हो। जदों असीं अपना हर कर्म जो उहदे लई करदे हां वो पूरी भावना नाल हुंदा है, तदों असीं उहदे दर ते प्रवान हुंदे हां, जदों असीं उहदी किरपा हासिल करदे हां। इसलिए सतगुरु समझाउंदे ने कि सच्चे पातशाह, मैं अपने तरफों पूरा कर दिता है, हुण तू किरपा कर, तू अपने चरनां नाल जोड़ लै। मैं तेरे बेड़े ते चढ़ा दिता है अपने इंद्रियां नूं, अपने परिवार नूं, ते तू हुण इस बेड़े नूं पार लंघाउणा है भव सागर तो, माया दे इस झमेले तो, काम क्रोध तो, लोभ मोह तो, तू ही इस नूं पार लंघाउण वाला है। तेरे तो बिना पार नहीं लंघिया जा सकता, तेरे तो बिना इनू पार करना बड़ा औखा है। तेरी किरपा तो बिना भव सागर नूं किवें पार कर जाइए, इनू पार करना बड़ा औखा है। सतगुरु कहंदे ने, सतगुरु कहंदे कि परमात्मा दे नाम नूं जप, जे इस नूं पार करना, इस भव सागर नूं पार करना है, तो परमेश्वर नूं सिमर। किवें सिमरिए? परमात्मा नूं सिमरना तो है, किवें सिमरिए? क्योंकि सानू किहड़ा कोई सिमरन का कोई ढंग है, कोई तरीका है। तो कबीर साहब कहते फिर तरीका आ है, राम जपो जी ऐसे ऐसे। कबीर साहब कहते वाहिगुरू नूं जपो, इत्थे जी का मतलब हिरदा है। जी जज्जे नूं बिहारी ते नाल ऐड़ा, जी मतलब हिरदा, साडा दिल, साडा मन। सतगुरु कहते नाम नूं जपो जी तो, हिरदे तो, उपरों उपरों नहीं कि सिर्फ उपरों उपरों रब रब कर लिया तो चलो गल बन गई, नहीं। सतगुरु कहते उपरों उपरों नहीं, खाना पूर्ति नहीं करनी कि जिवें खाना पूर्ति करन, नहीं, खाना पूर्ति नहीं। सतगुरु कहते राम जपो जी ऐसे ऐसे, वाहिगुरू दे नाम नूं, परमेश्वर नूं ऐसे जपो जिवें ध्रुव प्रहलाद
ਜਪਿਓ ਹਰ ਜੈਸੇ, ਜਿਵੇਂ ਧਰੂ ਤੇ ਪ੍ਰਹਿਲਾਦ ਨੇ ਜਪਿਆ। ਖਿਆਲ ਰੱਖਣਾ, ਕਈ ਲੋਕ ਇਸ ਪੰਕਤੀ ਦਾ ਅਰਥ ਕੁਛ ਹੋਰ ਲੈ ਲੈਂਦੇ ਨੇ। ਉਹ ਰਾਮ ਦਾ ਮਤਲਬ ਦਸ਼ਰਥ ਵਾਲੇ ਰਾਮ, ਰਾਮਾਇਣ ਵਾਲੇ ਰਾਮ ਤੋਂ ਲੈਂਦੇ ਨੇ ਕਿ ਦੇਖੋ ਗੁਰੂ ਗ੍ਰੰਥ ਸਾਹਿਬ ਵਿੱਚ ਸ਼੍ਰੀ ਰਾਮ ਦਾ ਨਾਮ ਜਪਣ ਲਈ ਗੁਰੂ ਸਾਹਿਬ ਨੇ ਕਿਹਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਐਸਾ ਲਿਖਿਆ। ਹੁਣ ਇਸ ਗੱਲ ਨੂੰ ਸਮਝਿਓ ਕਿ ਇੱਥੇ ਰਾਮ ਨੂੰ ਜਪਣ ਦੀ ਗੱਲ ਹੋ ਰਹੀ ਹੈ, ਪਰ ਨਾਲ ਧਰੂ ਤੇ ਪ੍ਰਹਿਲਾਦ ਦੀ ਗੱਲ ਹੈ। ਹੁਣ ਧਰੂ ਅਤੇ ਪ੍ਰਹਿਲਾਦ ਉਹ ਦੋਨੋਂ ਸ਼੍ਰੀ ਰਾਮ ਤੋਂ ਪਹਿਲਾਂ ਹੋਏ ਨੇ। ਸ਼੍ਰੀ ਰਾਮ ਬਾਅਦ ਵਿੱਚ ਜਨਮਦੇ ਨੇ, ਧਰੂ ਤੇ ਪ੍ਰਹਿਲਾਦ ਉਹਨਾਂ ਤੋਂ ਕਈ ਸੌ ਸਾਲ ਪਹਿਲਾਂ ਹੋ ਗੁਜ਼ਰਦੇ ਨੇ। ਇਸ ਲਈ ਜੇ ਤੇ ਸ਼੍ਰੀ ਰਾਮ ਤੋਂ ਬਾਅਦ ਧਰੂ ਪ੍ਰਹਿਲਾਦ ਜਨਮਦੇ, ਫਿਰ ਅਸੀਂ ਕਹਿ ਸਕਦੇ ਸੀ ਕਿ ਹਾਂ, ਹੋ ਸਕਦਾ ਹੈ ਕਿ ਇਹ ਸ਼੍ਰੀ ਰਾਮ ਵਾਸਤੇ ਸ਼ਬਦ ਵਰਤਿਆ ਹੋਵੇ। ਪਰ ਉਸ ਵੇਲੇ ਤੇ ਸ਼੍ਰੀ ਰਾਮ ਹੈ ਹੀ ਨਹੀਂ, ਉਹਨਾਂ ਦਾ ਤਾਂ ਕੋਈ ਪਤਾ ਥਾ ਹੀ ਨਹੀਂ, ਕੋਈ ਨਹੀਂ ਜਾਣਦਾ ਉਹਨਾਂ ਬਾਰੇ। ਉਸ ਵੇਲੇ ਧਰੂ ਪ੍ਰਹਿਲਾਦ ਨੇ ਕਿਹੜੇ ਰਾਮ ਨੂੰ ਜਪਿਆ? ਉਸ ਵੇਲੇ ਕਿਹੜੇ ਭਗਵਾਨ ਨੂੰ ਸਿਮਰਿਆ ਉਹਨਾਂ ਨੇ ਜਿਸ ਭਗਵਾਨ ਨੂੰ ਸਿਮਰਿਆ, ਜਿਸ ਪ੍ਰਮਾਤਮਾ ਨੂੰ ਅਰਾਧਿਆ, ਉਸ ਨੂੰ ਸਤਿਗੁਰੂ ਦੀ ਬਾਣੀ ਕਹਿੰਦੀ ਕਿ ਘਟ ਘਟ ਵਿੱਚ ਰਮਿਆ ਹੋਇਆ ਰਾਮ। ਰਾਮ ਦਾ ਮਤਲਬ ਹੀ ਇਹ ਹੁੰਦਾ ਹੈ ਕਿ ਜਿਹੜਾ ਸਮਾਇਆ ਹੋਇਆ ਹੈ, ਕਣ ਕਣ ਵਿੱਚ ਰਮਿਆ ਹੋਇਆ, ਸਮਾਇਆ ਹੋਇਆ, ਵਸਿਆ ਹੋਇਆ। ਨਾਮਦੇਵ ਜੀ ਕਹਿੰਦੇ ਨਾ ਕਿ ਸਭੈ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ, ਕਿ ਉਹ ਵਾਹਿਗੁਰੂ ਸਾਰੀਆਂ ਥਾਵਾਂ ਵਿੱਚ ਵਸਿਆ ਹੋਇਆ, ਘਟ ਘਟ ਵਿੱਚ ਵਸਿਆ ਹੋਇਆ, ਸਾਰੀਆਂ ਥਾਵਾਂ ਵਿੱਚ ਉਹੀ ਹੈ, ਉਹਦੇ ਤੋਂ ਬਿਨਾ ਹੋਰ ਕੁਛ ਹੈ ਹੀ ਨਹੀਂ, ਕਣ ਕਣ ਵਿੱਚ ਸਮਾਇਆ ਹੋਇਆ। ਇਸ ਕਰਕੇ ਰਵਿਦਾਸ ਜੀ ਉਹਨਾਂ ਦੇ ਬਚਨ ਵੀ ਇਹੀ ਨੇ ਕਿ ਉਸ ਪ੍ਰਮਾਤਮਾ ਨੂੰ ਸਿਮਰ। ਉਹਨਾਂ ਨੇ ਵੀ ਰਾਜਾ ਰਾਮ ਜ਼ਿਕਰ ਕੀਤਾ। ਰਾਜਾ ਰਾਮ ਤੋਂ ਮਤਲਬ ਪ੍ਰਮਾਤਮਾ, ਪਰਮੇਸ਼ਰ। ਗੁਰੂ ਨਾਨਕ ਸਾਹਿਬ ਮਹਾਰਾਜ ਦਾ ਆਪਾਂ ਇੱਕ ਬਚਨ ਪੜ੍ਹਦੇ ਹਾਂ ਕਿ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਪ੍ਰਮਾਤਮਾ ਵਸਦਾ ਹੈ, ਕਿ ਤਿੰਨ ਮੈਂ ਰਾਮ ਰਹਿਆ ਭਰਪੂਰ, ਕਿ ਉਹਨਾਂ ਦੇ ਹਿਰਦੇ ਦੇ ਵਿੱਚ ਪ੍ਰਮਾਤਮਾ ਭਰਪੂਰ ਹੈ, ਵਸਿਆ ਹੋਇਆ। ਤਿੱਥੈ ਜੋਧ ਮਹਾਬਲ ਸੂਰ, ਤਿੰਨ ਮੈਂ ਰਾਮ ਰਿਹਾ ਭਰਪੂਰ, ਕਿ ਉਹਨਾਂ ਵਿੱਚ ਪ੍ਰਮਾਤਮਾ ਵਸਿਆ ਹੋਇਆ। ਇਸ ਲਈ ਉੱਥੇ ਵੀ ਸ਼੍ਰੀ ਰਾਮ ਦੀ, ਸ਼੍ਰੀ ਰਾਮਚੰਦਰ ਦੀ ਗੱਲ ਨਹੀਂ, ਉੱਥੇ ਵੀ ਪ੍ਰਮਾਤਮਾ ਦੀ ਗੱਲ ਹੈ। ਇਸ ਲਈ ਗੁਰਬਾਣੀ ਵਿੱਚ ਪ੍ਰਮਾਤਮਾ, ਰਾਮ ਸ਼ਬਦ ਪ੍ਰਮਾਤਮਾ ਲਈ ਆਉਂਦਾ। ਜਦੋਂ ਰਾਮਚੰਦਰ ਵਾਸਤੇ ਸ਼ਬਦ ਆਉਂਦਾ ਹੈ ਗੁਰਬਾਣੀ ਵਿੱਚ, ਤਾਂ ਉਦੋਂ ਵਕਾਇਦਾ ਤੌਰ ਤੇ ਗੁਰੂ ਸਾਹਿਬ ਕਹਿੰਦੇ ਨੇ ਕਿ ਰੋਵੈ ਰਾਮ ਨਿਕਾਲਾ ਭਇਆ, ਸੀਤਾ ਲਛਮਣ ਵਿਛੜ ਗਿਆ। ਉੱਥੇ ਸਿੱਧਾ ਗੁਰੂ ਸਾਹਿਬ ਨੇ ਜ਼ਿਕਰ ਕੀਤਾ। ਨਾਮਦੇਵ ਜੀ ਆਪਾਂ ਬਚਨ ਪੜ੍ਹਦੇ ਨਾ ਕਿ ਪਾਂਡੇ ਤੁਮਰਾ ਰਾਮਚੰਦ, ਸੋ ਵੀ ਆਵਤ ਦੇਖਿਆ ਤਾ, ਰਾਵਣ ਸੇਤੀ ਸਰਵਰ ਹੋਈ, ਘਰ ਕੀ ਜੋਏ ਗਵਾਈ ਥੀ। ਇਸ ਲਈ ਇੱਕ ਥਾਂ ਹੋਰ ਗੁਰੂ ਸਾਹਿਬ ਨੇ ਜ਼ਿਕਰ ਕੀਤਾ ਕਿ ਸੀਤਾ ਲੈ ਗਿਆ 10 ਸਿਰੋਂ, ਕਿ ਸੀਤਾ ਨੂੰ 10 ਸਿਰਾਂ ਵਾਲਾ ਰਾਵਣ ਲੈ ਗਿਆ, ਤੇ ਜਿਹੜਾ ਲਛਮਣ ਹੈ ਉਹ ਸ਼ਰਾਪ ਨਾਲ ਮਰਿਆ, ਭਾਵ ਉਹਨੂੰ ਮੂਰਛਤ ਹੋ ਗਿਆ ਉਹ, ਤੇ ਰਾਮਚੰਦ ਝੁਰਦੇ ਨੇ, ਦੁਖੀ ਹੁੰਦੇ ਨੇ। ਗੁਰੂ ਸਾਹਿਬ ਨੇ ਜਦੋਂ ਰਾਮਚੰਦਰ ਦਾ ਜ਼ਿਕਰ ਕੀਤਾ ਤੇ ਇਸ ਢੰਗ ਨਾਲ ਕੀਤਾ, ਪਰ ਜਦੋਂ ਰਾਮ ਸ਼ਬਦ ਉਹਨਾਂ ਨੇ ਵਰਤਿਆ ਤਾਂ ਪ੍ਰਮਾਤਮਾ ਲਈ ਵਰਤਿਆ, ਪਰਮੇਸ਼ਰ ਲਈ। ਇਸ ਲਈ ਇੱਥੇ ਵੀ ਰਾਮ ਦਾ ਮਤਲਬ ਪ੍ਰਮਾਤਮਾ ਹੈ। ਤੇ ਧਰੂ ਪ੍ਰਹਿਲਾਦ ਉਹ ਰਾਮਚੰਦਰ ਤੋਂ ਕਈ ਯੁੱਗ ਪਹਿਲਾਂ ਹੋ ਚੁੱਕੇ ਨੇ। ਇਸ ਕਰਕੇ ਕਬੀਰ ਸਾਹਿਬ ਕਹਿੰਦੇ ਰਾਮ ਜਪੋ ਜੀ ਐਸੇ ਐਸੇ, ਕਿ ਪ੍ਰਮਾਤਮਾ ਨੂੰ ਹਿਰਦੇ ਤੋਂ ਇਸ ਤਰ੍ਹਾਂ ਸਿਮਰੋ, ਇਸ ਢੰਗ ਨਾਲ ਸਿਮਰੋ ਜਿਵੇਂ ਧਰੂ ਤੇ ਪ੍ਰਹਿਲਾਦ ਨੇ ਸਿਮਰਿਆ। ਜਿਸ ਢੰਗ ਨਾਲ, ਜਿਸ ਸ਼ਰਧਾ ਨਾਲ, ਜਿਸ ਸ਼ਿੱਦਤ ਨਾਲ ਧਰੂ ਨੇ ਸਿਮਰਿਆ, ਪ੍ਰਹਿਲਾਦ ਨੇ ਸਿਮਰਿਆ, ਉਸ ਸ਼ਰਧਾ ਨਾਲ, ਉਸ ਢੰਗ ਨਾਲ। ਹੁਣ ਧਰੂ 5 ਸਾਲ ਦਾ ਬਾਲਕ ਹੈ,
5 ਸਾਲ ਦਾ। ਧਰੂ ਨੂੰ ਬੰਦਗੀ ਦੀ ਲਾਲਸਾ ਕਿਵੇਂ ਲੱਗੀ? ਧਰੂ ਉਹ ਸੌਤੇਲੀ ਮਾਂ ਦਾ ਪੁੱਤਰ ਕਹਿ ਲਓ ਕਿ ਕੁਝ ਇਸ ਤਰ੍ਹਾਂ ਸੀ ਕਿ ਰਾਜੇ ਨੇ ਦੂਸਰਾ ਵਿਆਹ ਕਰਵਾ ਲਿਆ ਤੇ ਇਸ ਨੂੰ, ਇਹਦੀ ਮਾਂ ਨੂੰ ਤਿਆਗ ਦਿੱਤਾ ਤੇ ਬਾਅਦ ਵਿੱਚ ਇਹਦੇ ਪੁੱਤਰ ਪੈਦਾ ਹੋਇਆ, ਉਹਦਾ ਨਾਮ ਧਰੂ। ਤੇ ਜਦੋਂ ਇਹ ਖੇਡਦਾ ਖੇਡਦਾ ਆਪਣੇ ਪਿਤਾ ਦੀ ਗੋਦ ਵਿੱਚ ਜਾ ਬੈਠਾ ਤਾਂ ਇਸ ਦੀ ਦੂਸਰੀ ਸੌਤੇਲੀ ਮਾਂ ਨੇ ਇਸ ਨੂੰ ਪਿਤਾ ਦੀ ਗੋਦ ਵਿੱਚੋਂ ਉਠਾ ਕੇ ਪਰੇ ਮਾਰਿਆ। ਤਾਂ ਇਹ ਰੋਂਦਾ ਰੋਂਦਾ ਆਪਣੀ ਮਾਂ ਕੋਲ ਆਇਆ ਤੇ ਮਾਂ ਨੂੰ ਪੁੱਛਿਆ ਕਿ ਮਾਂ ਤੂੰ ਕੌਣ ਹੈ, ਤੂੰ ਦਾਸੀ ਹੈ ਜਾਂ ਤੂੰ ਰਾਣੀ ਹੈ? ਤਾਂ ਮਾਂ ਕਹਿੰਦੀ ਹੈ ਕਿ ਮੈਂ ਪਹਿਲਾਂ ਰਾਣੀ ਸੀ, ਹੁਣ ਮੈਂ ਦਾਸੀ ਹਾਂ, ਹੁਣ ਮੈਂ ਦਾਸੀ ਹਾਂ। ਕਿਉਂਕਿ ਜੇ ਮੈਂ ਰਾਣੀ ਹੁੰਦੀ ਤਾਂ ਤੇਰੇ ਨਾਲ ਐਸਾ ਸਲੂਕ ਨਹੀਂ ਹੁੰਦਾ। ਤੇਰੇ ਨਾਲ ਐਸਾ ਸਲੂਕ ਹੋਇਆ ਕਿਉਂਕਿ ਤੂੰ ਮੇਰੀ ਕੁੱਖ ਤੋਂ ਪੈਦਾ ਹੋਇਆ, ਤੂੰ ਦੂਸਰੀ ਰਾਣੀ ਦੀ ਕੁੱਖ ਤੋਂ ਪੈਦਾ ਨਹੀਂ ਹੋਇਆ। ਤਾਂ ਫਿਰ ਇਸ ਨੇ ਪੁੱਛਿਆ ਕਿ ਮਾਂ ਕਿਸ ਉਦਮ ਤੇ ਰਾਜ ਮਿਲੇ, ਕਿ ਕਿਸ ਢੰਗ ਨਾਲ ਰਾਜ ਮਿਲਦਾ, ਕੀ ਕੀਤਿਆਂ? ਤਾਂ ਮਾਂ ਨੇ ਕਿਹਾ ਕਿ ਪੁੱਤਰ ਪ੍ਰਮਾਤਮਾ ਦੀ ਬੰਦਗੀ ਕਰਨ ਨਾਲ ਰਾਜ ਮਿਲਦਾ ਹੈ, ਪਰਮੇਸ਼ਰ ਦੀ ਭਗਤੀ ਕਰਨ ਨਾਲ ਰਾਜ ਮਿਲਦਾ ਹੈ। ਤਾਂ ਧਰੂ ਨੇ ਆਖਿਆ ਕਿ ਫਿਰ ਬੰਦਗੀ ਮੈਂ ਪ੍ਰਮਾਤਮਾ ਦਾ ਸਿਮਰਨ ਕਰਾਂਗਾ, ਉਹਦੀ ਭਗਤੀ ਕਰਾਂਗਾ। ਧਰੂ ਨੇ ਜਦੋਂ ਭਗਤੀ ਕਰਨ ਦਾ ਫੈਸਲਾ ਕਰ ਲਿਆ, ਧਰੂ ਇਹ ਰੌਲਾ ਪੈ ਗਿਆ ਕਿ 5 ਸਾਲਾਂ ਦਾ ਧਰੂ ਉਹ ਘਰ-ਬਾਰ ਛੱਡ ਚੱਲਿਆ। ਧਰੂ ਦੇ ਪਿਤਾ ਨੂੰ ਪਤਾ ਚੱਲਿਆ, ਉਹਨੇ ਪੁੱਛਿਆ ਕਿ ਤੂੰ ਕਿਉਂ ਘਰ-ਬਾਰ ਛੱਡ ਕੇ ਚੱਲਿਆ ਭਗਤੀ ਕਰਨ ਲਈ? ਤਾਂ ਧਰੂ ਨੇ ਕਿਹਾ ਕਿ ਮੈਂ ਰਾਜ ਚਾਹੁੰਦਾ ਵਾਂ। ਤਾਂ ਪਿਤਾ ਨੇ ਕਿਹਾ ਕਿ ਛੱਡ ਭਗਤੀ ਕਰਨ ਦਾ ਖਿਆਲ, ਤੈਨੂੰ ਅੱਧਾ ਰਾਜ ਬਖਸ਼ਿਆ, ਅੱਧਾ ਰਾਜ ਅੱਜ ਤੋਂ ਤੇਰਾ। ਧਰੂ 5 ਸਾਲ ਦਾ ਬਾਲਕ, ਉਸਨੇ ਕਿਹਾ ਕਿ ਹਾਲੇ ਤੇ ਮੈਂ ਭਗਤੀ ਕਰਨ ਜਾਣਾ ਹੈ, ਗਿਆ ਨਹੀਂ, ਹਾਲੇ ਸਿਰਫ ਵਿਚਾਰ ਹੈ ਮੇਰੇ ਮਨ ਅੰਦਰ, ਤੁਰਨਾ ਹੈ ਹਾਲੇ, ਤੇ ਹਾਲੇ ਤੁਰਨ ਤੋਂ ਪਹਿਲਾਂ ਹੀ ਅੱਧਾ ਰਾਜ ਮਿਲ ਗਿਆ। ਜੇ ਮੈਂ ਤੁਰ ਪਵਾਂਗਾ, ਉਹਦੀ ਭਗਤੀ ਕਰਨ ਲੱਗ ਪਵਾਂਗਾ, ਫਿਰ ਕੀ ਮਿਲ ਜਾਏਗਾ? ਫਿਰ ਤੇ ਬਹੁਤ ਵੱਡੀ ਰਹਿਮਤ ਹਾਸਲ ਹੋ ਸਕਦੀ ਹੈ। ਉਸਨੇ ਆਪਣੇ ਪਿਤਾ ਨੂੰ ਕਿਹਾ ਨਹੀਂ, ਮੈਂ ਤੇ ਜਾਵਾਂਗਾ ਹੀ ਜਾਵਾਂਗਾ। ਪਿਤਾ ਨੇ ਕਿਹਾ ਸਾਰਾ ਰਾਜ ਦਿੱਤਾ ਤੈਨੂੰ। ਧਰੂ ਨੇ ਕਿਹਾ ਨਹੀਂ, ਹੁਣ ਤੁਸੀਂ ਸਾਰਾ ਵੀ ਦੇ ਦਿਓ, ਸਭ ਕੁਝ ਦੇ ਦਿਓ, ਮੈਂ ਤਾਂ ਵੀ ਨਹੀਂ ਲੈਂਦਾ। ਫਿਰ ਧਰੂ ਚਲਾ ਗਿਆ ਭਗਤੀ ਕਰਨ। ਜਦੋਂ ਬੰਦਾ ਵਾਹਿਗੁਰੂ ਦੇ ਮਾਰਗ ਤੇ ਤੁਰਦਾ ਤਾਂ ਸਭ ਚੀਜ਼ਾਂ ਆਪਣੇ ਆਪ ਮਿਲ ਜਾਂਦੀਆਂ, ਸਭ ਕੁਝ ਮਿਲ ਜਾਂਦਾ। ਪ੍ਰਹਿਲਾਦ ਨੂੰ ਜਿਨ੍ਹਾਂ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਕਿ ਛੋਟਾ ਜਿਹਾ ਬਾਲਕ ਕਦੀ ਅੱਗ ਵਿੱਚ ਸੁੱਟ ਦਿੱਤਾ ਜਾਂਦਾ ਹੈ, ਕਦੀ ਪਾਣੀ ਵਿੱਚ ਸੁੱਟ ਦਿੱਤਾ ਜਾਂਦਾ ਹੈ, ਕਦੀ ਪਹਾੜਾਂ ਤੋਂ ਸੁੱਟ ਦਿੱਤਾ ਜਾਂਦਾ ਹੈ, ਪਰ ਉਹਦਾ ਦ੍ਰਿੜ ਭਰੋਸਾ, ਉਹਦਾ ਦ੍ਰਿੜ ਵਿਸ਼ਵਾਸ ਆਪਣੇ ਭਗਵਾਨ ਤੇ। ਇਸ ਲਈ ਸਤਿਗੁਰੂ ਕਹਿੰਦੇ ਜੇ ਸਿਮਰਨਾ ਹੈ ਨਾ ਪ੍ਰਮਾਤਮਾ ਨੂੰ ਤਾਂ ਇਵੇਂ ਸਿਮਰੀ ਜਿਵੇਂ ਧਰੂ ਤੇ ਪ੍ਰਹਿਲਾਦ ਨੇ ਸਿਮਰਿਆ, ਜਿਵੇਂ ਉਹਨਾਂ ਨੇ ਉਸ ਨੂੰ ਸ਼ਿੱਦਤ ਨਾਲ ਚਾਹਿਆ। ਕਿ ਪ੍ਰਹਿਲਾਦ ਨੂੰ ਕਿਹਾ ਗਿਆ ਕਿ ਤੈਨੂੰ ਪਾਣੀ ਵਿੱਚ ਸੁੱਟ ਦਿਆਂਗੇ, ਉਹਨਾਂ ਨੇ ਕਿਹਾ ਸੁੱਟ ਦਿਓ ਭਾਈ। ਤੈਨੂੰ ਅੱਗ ਵਿੱਚ ਸੁੱਟ ਦਿਆਂਗੇ, ਉਹਨਾਂ ਨੇ ਕਿਹਾ ਠੀਕ ਹੈ ਅੱਗ ਵਿੱਚ ਸੁੱਟ ਦਿਓ। ਤੈਨੂੰ ਜਲਦੇ ਹੋਏ ਥੰਬ ਦੇ ਨਾਲ ਜੱਫਾ ਪਾਉਣਾ ਪਏਗਾ, ਉਹਨੇ ਕਿਹਾ ਪਾ ਲਵਾਂਗੇ। ਕਿਉਂਕਿ ਜਦੋਂ ਭਰੋਸਾ ਹੋਵੇ ਆਪਣੇ ਮਾਲਕ ਦੇ ਉੱਤੇ ਤਾਂ ਫਿਰ ਮਨ ਡੋਲਦਾ ਨਹੀਂ ਹੈ। ਇਸ ਲਈ ਸਤਿਗੁਰੂ ਕਹਿੰਦੇ ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਜਿਵੇਂ ਧਰੂ ਤੇ ਪ੍ਰਹਿਲਾਦ ਨੇ ਪ੍ਰਮਾਤਮਾ ਨੂੰ ਸਿਮਰਿਆ, ਇਸ ਤਰ੍ਹਾਂ ਸਿਮਰ। ਦੀਨ ਦਿਆਲ ਭਰੋਸੇ ਤੇਰੇ, ਹੇ ਦੀਨਾਂ ਉੱਤੇ ਦਇਆ ਕਰਨ ਵਾਲੇ ਵਾਹਿਗੁਰੂ, ਤੇਰੇ ਭਰੋਸੇ, ਤੇਰੇ ਉੱਤੇ ਵਿਸ਼ਵਾਸ ਕਰਕੇ, ਤੇਰੇ ਤੇ ਭਰੋਸਾ ਕਰਕੇ ਮੈਂ ਸਭ ਪਰਿਵਾਰ ਚੜਾਇਆ ਬੇੜੇ। ਮੈਂ ਆਪਣਾ ਸਾਰਾ ਪਰਿਵਾਰ ਬੇੜੇ ਵਿੱਚ ਚੜਾ ਦਿੱਤਾ, ਤੇਰੀ ਬੰਦਗੀ ਵਾਲੇ ਪਾਸੇ ਲਾ ਦਿੱਤਾ। ਆਪਣੀਆਂ ਅੱਖਾਂ, ਆਪਣੇ ਕੰਨ, ਆਪਣੀ ਜ਼ੁਬਾਨ, ਆਪਣੇ ਹੱਥ ਪੈਰ ਮੈਂ ਸਭ ਤੇਰੇ ਲੇਖੇ ਲਾ ਦਿੱਤੇ। ਇਸ ਲਈ ਪਰਿਵਾਰ ਦਾ ਭਾਵ ਸਾਡੇ ਇੰਦਰੇ। ਮੈਂ ਇਸ ਸਮੁੱਚੇ ਆਪਣੇ ਪਰਿਵਾਰ ਨੂੰ ਤੇਰੀ ਬੰਦਗੀ ਵਾਲੇ ਪਾਸੇ ਲਾ ਦਿੱਤਾ ਹੈ ਤੇ ਹੁਣ ਤੇਰੇ ਉੱਤੇ ਛੱਡ ਦਿੱਤਾ ਹੈ। ਜਦੋਂ
ਅਸੀਂ ਉਹਦੇ ਚਰਨਾਂ ਨਾਲ ਜੁੜ ਜਾਂਦੇ ਹਾਂ ਤਾਂ ਫਿਰ ਸਭ ਕੁਝ ਉਹਦੇ ਆਸਰੇ ਛੱਡ ਦਿੰਦੇ ਹਾਂ ਕਿ ਉਹ ਜਿੱਧਰ ਨੂੰ ਲੈ ਜਾਏ ਉਧਰ ਨੂੰ ਹੀ ਚਲੇ ਜਾਣਾ, ਜਿੱਥੇ ਰੱਖੇ ਉੱਥੇ ਰਹਿਣਾ। ਇਸ ਲਈ ਸਭ ਕੁਝ ਉਹਨੂੰ, ਜੋ ਦਿਖਾਏ ਉਹ ਦੇਖਣਾ, ਜੋ ਸੁਣਾਵੇ ਉਹ ਸੁਣਨਾ, ਜੋ ਬੁਲਾਵੇ ਉਹ ਬੋਲਣਾ। ਆਪਾਂ ਪੜ੍ਹਦੇ ਨਾ ਵਚਨ ਕਿ ਬੁਲਾਇਆ ਬੋਲੀ ਤੇਰਾ, ਕਿ ਜੋ ਤੂੰ ਬੁਲਾਵੇਂਗਾ ਮੈਂ ਬੋਲਾਂਗਾ, ਜਿੱਥੇ ਤੂੰ ਲੈ ਜਾਵੇਂਗਾ ਮੈਂ ਚਲਿਆ ਜਾਵਾਂਗਾ, ਜੋ ਸੁਣਾਵੇਂਗਾ ਮੈਂ ਸੁਣਾਂਗਾ, ਜੋ ਵਿਖਾਏਂਗਾ ਮੈਂ ਵੇਖਾਂਗਾ। ਇਸ ਲਈ ਜਦ ਹੁਣ ਸਭ ਕੁਝ ਤੇਰੇ ਤੇ ਹੀ ਛੱਡ ਦਿੱਤਾ ਤਾਂ ਹੁਣ ਤੂੰ ਹੀ ਇਸ ਬੇੜੇ ਨੂੰ ਪਾਰ ਲੰਘਾਉਣਾ। ਸਤਿਗੁਰੂ ਕਹਿੰਦੇ ਜਦੋਂ ਉਸ ਵਾਹਿਗੁਰੂ ਨੂੰ ਭਾਉਂਦਾ ਜਾਂ ਤੇ ਸੁਭਾਵੈ, ਜੇ ਉਸ ਪ੍ਰਮਾਤਮਾ ਨੂੰ ਜਦੋਂ ਭਾ ਜਾਵੇ ਤਾਂ ਹੁਕਮ ਮਨਾਵੇ, ਤਾਂ ਵਾਹਿਗੁਰੂ ਆਪਣਾ ਹੁਕਮ ਮਨਾਉਂਦਾ ਹੈ। ਜਦੋਂ ਅਸੀਂ ਉਹਨੂੰ ਭਾ ਜਾਂਦੇ ਹਾਂ, ਅਸੀਂ ਉਹਨੂੰ ਕਦੋਂ ਭਾਉਂਦੇ ਹਾਂ ਇਹ ਪੱਕਾ ਨਹੀਂ ਕਿਹਾ ਜਾ ਸਕਦਾ ਕਿ ਕਿਸ ਢੰਗ ਨਾਲ ਅਸੀਂ ਭਾਉਂਦੇ ਹਾਂ, ਉਹਨੂੰ ਕਿਵੇਂ ਚੰਗੇ ਲੱਗਦੇ ਹਾਂ, ਕੁਛ ਨਹੀਂ ਕਹਿ ਸਕਦੇ ਇਸ ਸੰਬੰਧ ਵਿੱਚ। ਕਿਉਂਕਿ ਕਿਹੜੀ ਗੱਲ ਉਹਨੂੰ ਭਾ ਜਾਏ, ਕਿਹੜੀ ਚੀਜ਼ ਉਹਨੂੰ ਚੰਗੀ ਲੱਗਦਾ, ਇਹ ਕੁਛ ਨਹੀਂ ਕਿਹਾ ਜਾ ਸਕਦਾ। ਦੋ ਸ਼ਬਦ ਨੇ, ਰਜ਼ਾ ਅਤੇ ਹੁਕਮ। ਦੋਨਾਂ ਦਾ ਅਰਥ ਵੈਸੇ ਹੁਕਮ ਹੀ ਹੁੰਦਾ, ਪਰ ਕਿਸੇ ਮਹਾਂਪੁਰਖ ਨੇ ਬੜੀ ਪਿਆਰੀ ਗੱਲ ਕੀ, ਉਹਨੇ ਕਿਹਾ ਹੁਕਮ ਜੋ ਪ੍ਰਮਾਤਮਾ ਚਾਹੁੰਦਾ, ਜੋ ਉਹਨੇ ਕਿਹਾ ਕਿ ਆਹ ਕੰਮ ਕਰੋ ਭਾਈ, ਇਹ ਹੁਕਮ ਹੋ ਗਿਆ। ਰਜ਼ਾ, ਰਜ਼ਾ ਉਹਦੀ ਮਰਜ਼ੀ। ਹੁਕਮ ਹੈ, ਦੋਨੋਂ ਅਰਥ ਸੇਮ ਹੀ ਨੇ ਦੋਨਾਂ ਦੇ, ਹੁਕਮ, ਰਜ਼ਾ, ਮਰਜ਼ੀ, ਸ਼ਬਦ ਸਭ ਇੱਕੋ ਹੀ ਨੇ। ਹੁਕਮ ਜਿਹੜਾ ਉਹਨੇ ਸਾਨੂੰ ਕਹਿ ਦਿੱਤਾ ਕਿ ਆਹ ਕੰਮ ਮੇਰੇ ਲਈ ਕਰੋ, ਸਵੇਰੇ ਉੱਠੋ ਅੰਮ੍ਰਿਤ ਵੇਲੇ ਆਹ ਕੰਮ ਕਰੋ, ਸਿਮਰਨ ਕਰੋ, ਬਾਣੀ ਪੜ੍ਹੋ, ਬੰਦਗੀ ਕਰੋ, ਸੇਵਾ ਕਰੋ, ਆਹ ਉਹਦਾ ਹੁਕਮ। ਹੁਣ ਉਹਨੂੰ ਇਹਦੇ ਵਿੱਚੋਂ ਕੀ ਚੰਗਾ ਲੱਗ ਜਾਵੇ ਇਹ ਉਹਦੀ ਰਜ਼ਾ, ਉਹਨੂੰ ਕੀ ਭਾ ਜਾਏ, ਉਹਨੂੰ ਸਾਡੇ ਮੁਖ ਤੋਂ ਵਾਹਿਗੁਰੂ ਕਹਿਣਾ ਚੰਗਾ ਲੱਗਦਾ, ਇਹ ਉਹਦੀ ਰਜ਼ਾ। ਉਸ ਨੂੰ ਸੇਵਾ ਸਾਡੀ ਚੰਗੀ ਲੱਗਦਾ, ਇਹ ਉਹਦੀ ਮਰਜ਼ੀ। ਇਸ ਲਈ ਉਹਨੂੰ ਕੀ ਭਾ ਜਾਏ ਇਹ ਉਹ ਜਾਣਦਾ ਹੈ। ਇਸ ਲਈ ਕੁਛ ਨਹੀਂ ਕਹਿ ਸਕਦੇ ਕਿ ਉਹਨੂੰ ਆਹ ਚੰਗਾ ਲੱਗੇਗਾ ਜਾਂ ਆਹ ਲੱਗੇਗਾ। ਮੈਂ ਸਿਮਰਨ ਕਰਾਂ ਤਾਂ ਉਹਨੂੰ ਭਾਵਾਂਗਾ, ਜਾਂ ਮੈਂ ਬਾਣੀ ਪੜ੍ਹਾਂ ਤਾਂ ਉਹਨੂੰ ਭਾਵਾਂਗਾ, ਮੈਂ ਸੇਵਾ ਕਰਾਂ ਤਾਂ ਉਹਨੂੰ ਚੰਗਾ ਲੱਗੇਗਾ, ਜਾਂ ਮੈਂ ਸੰਗਤ ਕਰਾਂ ਤਾਂ ਉਹਨੂੰ ਚੰਗਾ ਲੱਗੇਗਾ। ਇਹ ਤੇ ਉਹੀ ਜਾਣਦਾ ਹੈ ਕਿ ਉਹਨੂੰ ਕੀ ਪਾਏਗਾ, ਉਹਨੂੰ ਕੀ ਚੰਗਾ ਲੱਗਦਾ। ਇਸ ਲਈ ਜੋ ਉਹਨੂੰ ਭਾਵੇਗਾ, ਅਸੀਂ ਆਪਣੇ ਤਰਫੋਂ ਸਿਰਫ ਆਪਣਾ ਕਰਮ ਕਰਨਾ ਹੈ। ਭਾਈ ਗੁਰਦਾਸ ਕਹਿੰਦੇ ਗੁਰਸਿੱਖੀ ਦਾ ਕਰਮ ਇਹ ਗੁਰ ਫਰਮਾਏ ਸੋਈ ਕਰਨਾ, ਕਿ ਜੋ ਗੁਰੂ ਕਹੇ ਉਹ ਕਰਨਾ, ਇਹ ਸਿੱਖਾਂ ਦਾ ਕਰਮ ਹੈ। ਇਸ ਲਈ ਜਦੋਂ ਗੁਰੂ ਨੂੰ ਭਾ ਜਾਂਦਾ, ਉਸ ਨੂੰ ਚੰਗਾ ਲੱਗ ਜਾਂਦਾ, ਤਾਂ ਫਿਰ ਉਹ ਸਾਡੇ ਕੋਲੋਂ ਆਪਣਾ ਹੁਕਮ ਮਨਾ ਲੈਂਦਾ ਹੈ। ਸਤਿਗੁਰੂ ਕਹਿੰਦੇ ਜਾਂ ਤੇ ਸੁਭਾਵੈ ਤਾਂ ਹੁਕਮ ਮਨਾਵੈ। ਜਦੋਂ ਉਹਨੂੰ ਭਾ ਗਿਆ ਤਦੋਂ ਉਹਨੇ ਆਪਣਾ ਹੁਕਮ ਮਨਾ ਲਿਆ। ਸਤਿਗੁਰੂ ਕਹਿੰਦੇ ਆਪਣਾ ਭਾਣਾ ਤੂੰ ਹੈ ਮਨਾਏ ਹੈ, ਤੂੰ ਮਨਾ ਲੈਣਾ ਆਪਣਾ ਭਾਣਾ। ਇੱਕ ਤੇ ਹੈ ਕਿ ਅਸੀਂ ਮਜਬੂਰੀ ਵਿੱਚ ਮੰਨਦੇ ਹਾਂ ਕਿ ਹਾਂ ਠੀਕ ਹੈ ਜੀ, ਰੱਬ ਦਾ ਭਾਣਾ ਮੰਨਣਾ ਹੀ ਪੈਣਾ ਮਿੱਠਾ ਕਰਕੇ, ਉਹ ਮਜਬੂਰੀ ਵਿੱਚ ਹੈ, ਦਿਲ ਨਹੀਂ ਕਰਦਾ ਸਾਡਾ ਮੰਨਣ ਨੂੰ, ਪਰ ਮਜਬੂਰੀ ਵਿੱਚ ਮੰਨਦੇ ਆ ਕਿ ਹਾਂ ਠੀਕ ਹੈ ਜੀ, ਹੋਰ ਹੁਣ ਕਰ ਵੀ ਕੁਛ ਨਹੀਂ ਸਕਦੇ, ਕੀ ਕਰੀਏ, ਜੇ ਕੁਝ ਕਰ ਸਕਦੇ ਹੁੰਦੇ ਤਾਂ ਸ਼ਾਇਦ ਕਰ ਲੈਂਦੇ, ਉਹ ਮਜਬੂਰੀ ਵਿੱਚ। ਪਰ ਇੱਕ ਭਗਤ ਦਾ ਭਾਣਾ ਮੰਨਣ ਦਾ ਢੰਗ ਹੈ ਕਿ ਵਾਹਿਗੁਰੂ ਜੋ ਕਰਦਾ ਚੰਗਾ, ਜੋ ਕੀਤਾ ਉਹ ਭਲਾ। ਇਸ ਲਈ ਸਤਿਗੁਰੂ ਕਹਿੰਦੇ ਜਿੱਥੇ ਰੱਖਾਂ ਉੱਥੇ ਹੀ ਬੈਕੁੰਠ, ਉੱਥੇ ਹੀ ਸਵਰਗ, ਉੱਥੇ ਹੀ ਆਨੰਦ ਜਿੱਥੇ ਤੂੰ ਰੱਖੇ। ਉਹ ਸ਼ੁਰੂ ਵਿੱਚ ਹੀ ਕਹਿੰਦਾ, ਉਹ ਸਾਡੇ ਵਾਂਗੂ ਬਾਅਦ ਵਿੱਚ ਨਹੀਂ ਕਹਿੰਦਾ ਕਿ ਪੂਰਾ ਜ਼ੋਰ ਲਾ ਕੇ ਫਿਰ ਕਹਿੰਦਾ ਕਿ ਜੋ ਰੱਬ ਨੂੰ ਚੰਗਾ, ਨਹੀਂ, ਉਹ ਸ਼ੁਰੂ ਵਿੱਚ ਹੀ ਕਹਿੰਦਾ ਕਿ ਪ੍ਰਮਾਤਮਾ ਜੋ ਤੂੰ ਕਰੇਗਾ ਉਹੀ ਹੋਣਾ, ਜੋ ਤੇਰੀ ਰਜ਼ਾ, ਜੋ ਤੂੰ ਚਾਹੁੰਦਾ ਉਹ ਹੋਵੇ ਬਸ। ਸਤਿਗੁਰੂ ਕਹਿੰਦੇ ਉਹ ਹੁਕਮ ਮੰਨਦਾ, ਸਹੀ ਮਾਇਨੇ ਵਿੱਚ ਹੁਕਮ ਉਹਦੇ ਕੋਲੋਂ ਪਰਮੇਸ਼ਰ ਮਨਾ ਲੈਂਦਾ ਆਪਣਾ। ਇਸ ਲਈ ਸਤਿਗੁਰੂ ਕਹਿੰਦੇ ਉਹਨੂੰ ਹਰ ਗੱਲ ਮਿੱਠੀ ਲੱਗਦੀ ਹੈ ਕਿ ਤੇਰਾ ਕੀਆ ਮਿੱਠਾ ਲੱਗਾ, ਉਹਨੂੰ ਉਹਦਾ ਹਰ ਕੀਤਾ ਹੋਇਆ ਕਰਮ ਮਿੱਠਾ ਲੱਗਦਾ ਹੈ। ਜਾਂ ਤਿਸ ਭਾਵੈ ਤਾਂ ਹੁਕਮ ਮਨਾਵੈ, ਇਸ ਬੇੜੇ ਕੋ ਪਾਰ ਲੰਘਾਵੈ। ਜਦੋਂ ਉਹ ਹੁਕਮ ਮਨਾ ਲੈਂਦਾ, ਆਪਣੇ ਹੁਕਮ ਤੇ ਤੋਰ ਲੈਂਦਾ, ਤਾਂ ਫਿਰ ਇਹ ਬੇੜਾ, ਇਸ ਬੇੜੇ ਨੂੰ ਪਾਰ ਲੰਘਾ ਲੈਂਦਾ ਹੈ, ਸਾਨੂੰ ਇਸ ਭਵ ਸਾਗਰ ਤੋਂ ਪਾਰ ਕਰ ਦਿੰਦਾ ਹੈ।
ਇਹ ਇੰਦਰੇ ਸਿਰਫ ਉਹਨੂੰ ਦੇਖਣ ਵਾਲੇ ਪਾਸੇ ਲੱਗ ਜਾਂਦੇ ਨੇ, ਇਹ ਕੰਨ ਉਹਨੂੰ ਸੁਣਨ ਵਾਲੇ ਪਾਸੇ, ਅੱਖਾਂ ਉਹਨੂੰ ਦੇਖਣ ਵਾਲੇ ਪਾਸੇ, ਜ਼ੁਬਾਨ ਉਹਨੂੰ ਹੀ ਗਾਉਣ ਵਾਲੇ ਪਾਸੇ ਲੱਗ ਜਾਂਦੀ। ਇਹ ਹੱਥ ਪੈਰ ਉਹਦੀ ਹੀ ਸੇਵਾ ਵਿੱਚ, ਉਹਦੇ ਹੀ ਕਾਰਜ ਵਿੱਚ ਲੱਗ ਜਾਂਦੇ ਨੇ। ਸਤਿਗੁਰੂ ਕਹਿੰਦੇ ਸਾਰੇ ਪਰਿਵਾਰ ਨੂੰ ਫਿਰ ਉਹ ਪਾਰ ਲੰਘਾ ਦਿੰਦਾ ਹੈ। ਇਸ ਬੇੜੇ ਕੋ ਪਾਰ ਲੰਘਾਵੈ ਗੁਰ ਪ੍ਰਸਾਦ ਐਸੀ ਬੁੱਧ ਸਮਾਨੀ। ਗੁਰੂ ਦੀ ਕਿਰਪਾ ਨਾਲ ਐਸੀ ਅਕਲ, ਐਸੀ ਬੁੱਧੀ ਆ ਗਈ। ਗੁਰੂ ਦੀ ਕਿਰਪਾ ਨਾਲ ਮੱਤ ਆਈ, ਮੱਤ ਆਉਂਦੀ ਗੁਰੂ ਦੀ ਕਿਰਪਾ ਨਾਲ ਹੈ। ਕਿਉਂਕਿ ਗੁਰੂ ਦੇ ਦਰ ਤੇ ਜੁੜਨ ਤੋਂ ਪਹਿਲਾਂ ਤਾਂ ਬੰਦਾ ਆਪਣੀ ਮੱਤ ਦੇ ਮੁਤਾਬਿਕ ਹੀ ਚੱਲਦਾ। ਗੁਰੂ ਦੀ ਮੱਤ ਤੇ ਉੱਤੇ ਅਸੀਂ ਉਦੋਂ ਹੀ ਚੱਲਦੇ ਹਾਂ ਜਦੋਂ ਗੁਰੂ ਦੇ ਬਚਨ ਨੂੰ ਅਸੀਂ ਆਪਣੇ ਜੀਵਨ ਵਿੱਚ ਵਸਾਉਂਦੇ ਹਾਂ। ਮੱਤ ਆਉਂਦੀ ਹੈ। ਜਿਵੇਂ ਜਿਵੇਂ ਗੁਰੂ ਦੇ ਬਚਨ ਸੁਣਦੇ ਹਾਂ, ਗੁਰੂ ਦੀ ਬਾਣੀ ਪੜ੍ਹਦੇ ਹਾਂ, ਉਵੇਂ ਉਵੇਂ ਸਾਨੂੰ ਅਕਲ ਆਉਂਦੀ ਜਾਂਦੀ ਹੈ, ਮੱਤ ਆਉਂਦੀ ਜਾਂਦੀ। ਅਸੀਂ ਸਿਆਣੇ ਹੁੰਦੇ ਜਾਂਦੇ ਹਾਂ ਗੁਰੂ ਦੇ ਸ਼ਬਦ ਸੁਣ ਕੇ, ਗੁਰੂ ਦੀ ਬਾਣੀ ਪੜ੍ਹ ਕੇ, ਗੁਰੂ ਦੀਆਂ ਸਿੱਖਿਆਵਾਂ, ਗੁਰੂ ਦਾ ਇਤਿਹਾਸ, ਗੁਰਮੁਖਾਂ ਦੀਆਂ, ਸੰਤਾਂ ਮਹਾਂਪੁਰਖਾਂ ਦੀਆਂ ਕਥਾ ਕਹਾਣੀਆਂ ਸੁਣ ਕੇ ਸਾਡੇ ਜੀਵਨ ਦੇ ਵਿੱਚ ਸਾਨੂੰ ਸੋਝੀ ਆਉਂਦੀ ਜਾਂਦੀ, ਅਕਲ ਆਉਂਦੀ ਜਾਂਦੀ ਹੈ। ਕਬੀਰ ਸਾਹਿਬ ਕਹਿੰਦੇ ਗੁਰ ਪ੍ਰਸਾਦ ਐਸੀ ਬੁੱਧ ਸਮਾਨੀ। ਗੁਰੂ ਦੀ ਕਿਰਪਾ ਨਾਲ ਐਸੀ ਬੁੱਧ ਆ ਗਈ, ਐਸੀ ਅਕਲ ਆ ਗਈ, ਚੂਕ ਗਈ ਫਿਰ ਆਵਣ ਜਾਨੀ। ਤਾਂ ਜਿਹੜਾ ਇਹ ਜੰਮਣ ਮਰਨ ਸੀ ਨਾ, ਆਉਣ ਜਾਣ ਸੀ, ਇਹ ਮਿਟ ਗਿਆ। ਜਦੋਂ ਮੱਤ ਆ ਗਈ ਉਦੋਂ ਮਿਟ ਗਿਆ। ਇਸ ਲਈ ਤੇ ਬਾਰ-ਬਾਰ ਗੁਰੂ ਸਾਹਿਬ ਬਾਣੀ ਵਿੱਚ ਕਹਿੰਦੇ ਨੇ ਕਿ ਪ੍ਰਮਾਤਮਾ ਦੇ ਕੋਲ ਮੱਤ ਮੰਗ, ਅਕਲ ਮੰਗ ਕਿ ਸਾ ਮੱਤ ਦੀਜੈ। ਬਾਰ-ਬਾਰ ਕਹਿੰਦੇ ਨੇ ਨਾ ਕਿ ਐਸੀ ਬੁੱਧ ਦੀਜੈ ਮੇਰੇ ਸਾਹਿਬ, ਐਸੀ ਅਕਲ ਦਿਓ, ਐਸੀ ਮੱਤ ਦੇਵੋ ਕਿ ਜਿਹਦੇ ਨਾਲ ਹਮੇਸ਼ਾ ਤੈਨੂੰ ਸਿਮਰਦੇ ਰਹੀਏ। ਇਸ ਲਈ ਗੁਰੂ ਦੀ ਮੱਤ ਨਾਲ ਜੰਮਣ ਮਰਨ ਮਿਟ ਗਿਆ, ਆਉਣ ਜਾਣ ਮਿਟ ਗਿਆ। ਚੂਕ ਗਈ ਫਿਰ ਆਵਣ ਜਾਨੀ, ਕਹੋ ਕਬੀਰ ਭੱਜ ਸਾਰੰਗ ਪਾਨੀ। ਹੇ ਕਬੀਰ ਉਸ ਪ੍ਰਮਾਤਮਾ ਨੂੰ ਭੱਜ, ਉਸ ਵਾਹਿਗੁਰੂ ਨੂੰ ਸਿਮਰ। ਉਰਵਾਰ ਪਾਰ ਸਭ ਇੱਕੋ ਦਾਨੀ। ਜਿਹੜਾ ਉਰੇ ਪਰੇ ਸਭ ਥਾਈਂ ਉਹੀ ਹੈ, ਉਰਲੇ ਪਾਸੇ ਵੀ ਤੇ ਪਰਲੇ ਪਾਸੇ ਵੀ। ਦੋਨਾਂ ਸਿਰਿਆਂ ਦਾ ਜਿਹੜਾ ਇੱਕੋ ਹੀ ਸੁਆਮੀ ਹੈ, ਜਿਹੜਾ ਦੋਨੇ ਪਾਸੇ ਦਾਨ ਦੇਣ ਵਾਲਾ, ਸਭ ਦਾ ਦਾਨੀ, ਸਭ ਦਾ ਮਾਲਕ ਉਹੀ ਹੈ, ਸਭ ਨੂੰ ਦਾਤਾਂ ਦੇਣ ਵਾਲਾ। ਉਸ ਪ੍ਰਮਾਤਮਾ ਨੂੰ ਹਮੇਸ਼ਾ ਸਿਮਰ, ਉਹੀ ਸਭ ਕਾਸੇ ਦਾ ਮਾਲਕ ਹੈ। ਸਤਿਗੁਰੂ ਰਹਿਮਤ ਕਰੇ ਆਪਾਂ ਸਭ ਉਸ ਉਰਵਾਰ ਪਾਰ ਦੇ ਦਾਨੀ ਦੇ ਚਰਨਾਂ ਨਾਲ ਜੁੜ ਕੇ ਆਪ ਵੀ ਅਤੇ ਆਪਣੇ ਪਰਿਵਾਰ ਨੂੰ ਵੀ ਉਸ ਵਾਹਿਗੁਰੂ ਦੇ ਨਾਮ ਰੂਪੀ ਜਹਾਜ਼ ਦੇ ਵਿੱਚ ਚੜ੍ਹਾ ਸਕੀਏ। ਹੋਈਆਂ ਭੁੱਲਾਂ ਲਿਖੇਵਾਂ ਸਤਿਗੁਰੂ ਜੀ ਅਤੇ ਆਪ ਸਰਬੱਤ ਸੰਗਤ ਬਖਸ਼ਣਯੋਗ। ਭੁੱਲਾਂ ਨਾ ਚਿਤਾਰਦੇ ਹੋਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।